ਕਲਾਸ +1 ਦੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੜਾਂਗੇ ਚੈਪਟਰ ਦ ਅਰਥ ਇਜ਼ ਨਾਟ ਆਵਰਸ ਰਿਟਨ ਬਾਈ ਕੋਫੀ ਆਨਨ। ਦਿਸ ਚੈਪਟਰ ਇਜ਼ ਐਨ ਇਨੋਗਰਲ ਸਪੀਚ ਗਿਵਨ ਬਾਈ ਕੋਫੀ ਆਨਨ। ਇਹ ਜਿਹੜਾ ਚੈਪਟਰ ਹੈ ਇਹ ਕੋਫੀ ਆਨਨ ਦੁਆਰਾ ਇੱਕ ਉਦਘਾਟਨੀ ਸਪੀਚ ਹੈ ਦ ਦੈਨ ਸੈਕਟਰੀ ਜਨਰਲ ਆਫ ਦ UNO, ਜਿਹੜੇ ਕਿ ਉਸ ਵੇਲੇ UNO ਦੇ ਜਨਰਲ ਸੈਕਟਰੀ ਸੀ at the 55th session of General Assembly in 2000। ਉਹਨਾਂ ਨੇ ਇਹ ਸਪੀਚ 2000 ਦੇ ਵਿੱਚ ਜਨਰਲ ਅਸੈਂਬਲੀ ਦੇ ਵਿੱਚ 55ਵੇਂ ਸੈਸ਼ਨ ਦੇ ਵਿੱਚ ਦਿੱਤੀ ਸੀ। ਕੋਫੀ ਆਨਨ ਜੀ ਬਾਰੇ ਥੋੜੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬੋਰਨ ਔਨ April 8, 1938, 8 ਅਪ੍ਰੈਲ 1938 ਨੂੰ ਉਹਨਾਂ ਦਾ ਜਨਮ ਹੋਇਆ। ਹੀ ਵਾਜ਼ ਅ ਡਿਪਲੋਮੈਟ। ਡਿਪਲੋਮੈਟ ਹੁੰਦਾ ਹੈ ਜੋ ਫੋਰਨ ਕੰਟਰੀ ਵਿੱਚ ਜਾ ਕੇ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕਰੇ, ਤਾਂ ਉਹ ਡਿਪਲੋਮੈਟ ਸਨ। ਦ 7th ਸੈਕਟਰੀ ਜਨਰਲ ਆਫ ਦ ਯੂਨਾਈਟਿਡ ਨੇਸ਼ਨਸ, ਉਹ ਯੂਨਾਈਟਿਡ ਨੇਸ਼ਨਸ ਦੇ 7ਵੇਂ ਸੈਕਟਰੀ ਜਨਰਲ ਸਨ। ਰਿਸਿਪਟੈਂਟ ਆਫ ਦ 2001 ਨੋਬਲ ਪੀਸ ਪ੍ਰਾਈਜ਼, 2001 ਦੇ ਵਿੱਚ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ। ਡਾਈਡ ਇਨ 18 ਅਗਸਤ 2018, 18 ਅਗਸਤ 2018 ਨੂੰ ਉਹ ਇਸ ਦੁਨੀਆ ਤੋਂ ਚਲੇ ਗਏ। ਤੇ ਹੁਣ ਆਪਾਂ ਉਹਨਾਂ ਦੀ ਦਿੱਤੀ ਹੋਈ ਇਸ ਸਪੀਚ ਨੂੰ ਪੜ੍ਹਦੇ ਹਾਂ। This speech, Kofi Annan says that we live in a world that is interconnected as never before। ਇਸ ਸਪੀਚ ਵਿੱਚ ਕੋਫੀ ਆਨਨ ਦੱਸਦੇ ਹਨ ਕਿ ਅਸੀਂ ਇਹੋ ਜਿਹੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜੋ ਕਿ ਇੱਕ ਦੂਜੇ ਨਾਲ ਇੰਨਾ ਜ਼ਿਆਦਾ ਜੁੜਿਆ ਹੋਇਆ ਹੈ ਜਿਹੜਾ ਪਹਿਲਾਂ ਕਦੇ ਵੀ ਨਹੀਂ ਸੀ। One in which groups and individuals interact more and more freely across the borders। ਇਹ ਇਸ ਤਰ੍ਹਾਂ ਦੀ ਇੰਟਰਕਨੈਕਟਡ ਦੁਨੀਆ ਹੈ ਜਿਸ ਵਿੱਚ ਅਸੀਂ ਗਰੁੱਪਸ ਦੇ ਵਿੱਚ ਵੀ ਤੇ ਵਿਅਕਤੀਗਤ ਤੌਰ 'ਤੇ ਵੀ ਇੱਕ ਦੂਜੇ ਦੇ ਨਾਲ ਬਾਰਡਰ ਪਾਰ ਵੀ ਫ੍ਰੀਲੀ ਇੱਕ ਦੂਸਰੇ ਦੇ ਨਾਲ ਕੰਟੈਕਟ ਕਰਦੇ ਹਾਂ। ਇਟਸ ਗਲੋਬਲਾਈਜੇਸ਼ਨ, ਇਸ ਨੂੰ ਵਿਸ਼ਵ ਵਿਆਪੀਕਰਨ ਕਹਿੰਦੇ ਹਨ। ਗਲੋਬਲਾਈਜੇਸ਼ਨ ਇਜ਼ ਅ ਨਿਊ ਟ੍ਰੈਂਡ। ਗਲੋਬਲਾਈਜੇਸ਼ਨ ਹੈ ਜਿਹੜੀ ਵਿਸ਼ਵ ਵਿਆਪੀਕਰਨ ਹੈ, ਉਹ ਇੱਕ ਨਵਾਂ ਚਲਨ ਹੈ। ਇਟ ਹੈਜ਼ ਇਟਸ ਡੇਂਜਰਸ ਐਜ਼ ਵੈਲ ਐਜ਼ ਬੈਨੀਫਿਟਸ। ਇਸੇ ਸਾਨੂੰ ਖਤਰੇ ਵੀ ਹੈ ਤੇ ਫਾਇਦੇ ਵੀ ਹੈ। ਇਟਸ ਡੇਂਜਰਸ ਆਰ ਕ੍ਰਾਈਮ, ਨਾਰਕੋਟਿਕਸ, ਟੈਰਰਿਜ਼ਮ, ਡਿਸੀਜ਼, ਸਮਗਲਿੰਗ ਆਫ ਵੈਪਨਸ। ਇਸ ਦੇ ਖਤਰੇ ਕੀ ਕੀ ਹੈ? ਦੇਖੋ, ਇੱਕ ਤਾਂ ਕ੍ਰਾਈਮ ਹੋ ਰਿਹਾ, ਇੱਕ ਨਾਰਕੋਟਿਕਸ ਹੋ ਗਿਆ, ਨਸ਼ਾਬੰਦੀ, ਨਸ਼ੀਲੀਆਂ ਦਵਾਈਆਂ। ਨੈਕਸਟ ਹੈ ਟੈਰਰਿਜ਼ਮ, ਅੱਤਵਾਦ। ਫਿਰ ਡਿਸੀਜ਼ਜ਼ ਆ ਰਹੀਆਂ, ਬਾਹਰੋਂ ਬਿਮਾਰੀਆਂ ਆ ਰਹੀਆਂ। ਤੇ ਅਗਲਾ ਹੈ ਹਥਿਆਰਾਂ ਦੀ ਸਮਗਲਿੰਗ ਹੋ ਰਹੀ ਹੈ। The benefits of globalization are faster growth, higher living standards। ਤੇ ਗਲੋਬਲਾਈਜੇਸ਼ਨ ਦੇ ਫਾਇਦੇ ਕੀ ਹੈ? ਇੱਕ ਤਾਂ ਤੇਜ਼ੀ ਨਾਲ ਗਰੋਥ ਹੋ ਰਹੀ ਹੈ, ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇੱਕ ਜੀਵਨ ਪੱਧਰ ਉੱਚਾ ਹੋਇਆ ਹੈ, ਐਂਡ ਨਿਊ ਅਪਰਚੁਨਿਟੀਜ਼, ਤੇ ਸਾਨੂੰ ਨਵੇਂ ਮੌਕੇ ਵੀ ਮਿਲੇ ਹੈ। One problem is that at present these opportunities are far from equally distributed। ਪਰ ਇੱਕ ਸਮੱਸਿਆ ਵੀ ਹੈ ਕਿ ਇਸ ਵੇਲੇ ਜਿਹੜੇ ਇਹ ਮੌਕੇ ਹੈ ਇਹ ਸਭ ਵਿੱਚ ਬਰਾਬਰ ਨਹੀਂ ਵੰਡੇ ਹੋਏ। ਸਾਰਿਆਂ ਨੂੰ ਤਰੱਕੀ ਦੇ ਬਰਾਬਰ ਮੌਕੇ ਨਹੀਂ ਮਿਲਦੇ। ਬਹੁਤ ਸਾਰੇ ਲੋਕ ਇਸ ਤਰ੍ਹਾਂ ਹੈ ਜਿਹੜੇ 2 ਵੇਲੇ ਦੀ ਰੋਟੀ ਕਮਾਉਣ ਦੇ ਲਈ ਪੂਰਾ ਸੰਘਰਸ਼ ਕਰ ਰਹੇ ਹੈ। ਤਾਂ ਉਹਨਾਂ ਲੋਕਾਂ ਦੀ ਵੀ ਗਿਣਤੀ ਕੋਈ ਘੱਟ ਨਹੀਂ ਹੈਗੀ ਜਿਨ੍ਹਾਂ ਨੇ ਕੰਪਿਊਟਰ ਨੂੰ ਵਰਤਣਾ ਤਾਂ ਇੱਕ ਪਾਸੇ ਰਿਹਾ, ਬਲਕਿ ਉਹਨਾਂ ਨੇ ਟੈਲੀਫੋਨ ਤੱਕ ਨਹੀਂ ਵਰਤਿਆ। ਤਾਂ ਫਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਗਰੀਬ ਜਨਤਾ ਹੈਗੀ ਹੈ ਉਹ ਇਸ ਗਲੋਬਲਾਈਜੇਸ਼ਨ ਦੇ ਵਿੱਚ ਹਿੱਸਾ ਪਾ ਰਹੀ ਹੈ। ਕੋਫੀ ਆਨਨ ਗਰੁੱਪਸ ਗਲੋਬਲ ਇਸ਼ੂਜ਼ ਅੰਡਰ 3 ਹੈਡਿੰਗਸ। ਕੋਫੀ ਆਨਨ ਇਹਨਾਂ ਵਿਸ਼ਵੀ ਮਾਮਲਿਆਂ ਨੂੰ 3 ਭਾਗਾਂ ਦੇ ਵਿੱਚ ਵੰਡਦੇ ਹੈ। ਈਚ ਆਫ ਵਿਚ ਰਿਲੇਟਸ ਟੂ ਏ ਫੰਡਾਮੈਂਟਲ ਹਿਊਮਨ ਫਰੀਡਮ। ਤੇ ਉਹਨਾਂ ਦੇ ਵਿੱਚੋਂ ਉਹ ਹਰੇਕ ਨੂੰ ਇੱਕ ਫੰਡਾਮੈਂਟਲ ਹਿਊਮਨ ਫਰੀਡਮ ਅਰਥਾਤ ਮੁੱਢਲੀ ਮਨੁੱਖੀ ਆਜ਼ਾਦੀ ਦੇ ਨਾਲ ਜੋੜਦੇ ਹੈ। ਫਰੀਡਮ ਫਰੋਮ ਵਾਂਟ, ਇਹ ਜਿਹੜੀ ਫਰੀਡਮ ਹੈ ਹੁਣ ਕਿਹੜੀ ਕਿਹੜੀ ਹੈ? ਫਰੀਡਮ ਫਰੋਮ ਵਾਂਟ, ਫਰੀਡਮ ਫਰੋਮ ਫੀਅਰ ਤੇ ਫਰੀਡਮ ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ ਦੇਅਰ ਲਾਈਵਸ ਔਨ ਦਿਸ ਪਲੈਨਟ। ਫਰੀਡਮ ਕਿਹੜੀ ਕਿਹੜੀ ਹੈ? ਵਾਂਟ ਹੁੰਦਾ ਕਮੀ, ਪਹਿਲੀ ਹੈ ਕਮੀ ਤੋਂ ਆਜ਼ਾਦੀ, ਦੂਸਰਾ ਹੈ ਡਰ ਤੋਂ ਆਜ਼ਾਦੀ, ਤੇ ਤੀਸਰੀ ਹੈ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ, ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਨੂੰ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਕਾਇਮ ਰੱਖ ਸਕਣ ਦੀ ਆਜ਼ਾਦੀ। ਸਸਟੇਨ ਕਰਨਾ ਹੁੰਦਾ ਹੈ ਕਾਇਮ ਕਰਨਾ।
First of all, Kofi Annan talks about freedom from want. ਸਭ ਤੋਂ ਪਹਿਲਾਂ ਕਾਫੀ ਆਨਨ ਜਿਹੜੀ ਕਮੀ ਦੀ ਆਜ਼ਾਦੀ ਹੈ, ਕਮੀ ਤੋਂ ਆਜ਼ਾਦੀ ਹੈ, ਉਸ ਬਾਰੇ ਗੱਲ ਕਰਦੇ ਹੈ. He says that at present half of the human race is living in poverty. ਉਹ ਕਹਿੰਦੇ ਹੈ ਕਿ ਇਸ ਵੇਲੇ ਅੱਧੀ ਤੋਂ ਵੱਧ ਸਾਡੀ ਜਿਹੜੀ ਮਨੁੱਖੀ ਜੀਵਨ ਹੈ, ਹਿਊਮਨ ਰੇਸ ਹੈ, ਉਹ ਗਰੀਬੀ ਦੇ ਵਿੱਚ ਰਹਿ ਰਹੀ ਹੈ. ਤਾਂ ਆਪਾਂ ਦੇਖ ਸਕਦੇ ਹਾਂ ਇਹ ਗਰੀਬੀ ਦੀਆਂ ਤਸਵੀਰਾਂ, ਬੱਚੇ ਕਿਸ ਤਰ੍ਹਾਂ ਗਰੀਬੀ ਦਾ ਜੀਵਨ ਜਿਉ ਰਹੇ ਹੈ, ਜਿਨ੍ਹਾਂ ਨੂੰ ਖਾਣਾ ਵੀ ਪੂਰਾ ਨਹੀਂ ਮਿਲ ਰਿਹਾ. ਤੀਸਰੀ ਹਾਲਤ ਦੇ ਵਿੱਚ ਬੱਚਿਆਂ ਕੋਲੇ ਪਹਿਨਣ ਦੇ ਲਈ ਕੋਈ ਕੱਪੜਾ ਵੀ ਨਹੀਂ ਹੈ. We call human beings free and equal in dignity when over a billion people are struggling to get even 2 meals a day. ਅਸੀਂ ਇਹ ਤਾਂ ਕਹਿੰਦੇ ਹਾਂ ਕਿ ਇਨਸਾਨ ਆਜ਼ਾਦ ਹੈ ਤੇ ਸਾਰੇ ਰਿਸਪੈਕਟ ਦੇ ਵਿੱਚ ਬਰਾਬਰ ਹੈ, ਜਦੋਂ ਕਿ ਲੱਖਾਂ ਲੋਕ 2 ਵਕਤ ਦੀ ਰੋਟੀ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰੀ ਜਾ ਰਹੇ ਹੈ. They have to live without safe drinking water and live in poor sanitary conditions. ਉਹਨਾਂ ਨੂੰ ਨਾ ਤਾਂ ਪੀਣ ਵਾਸਤੇ ਉਹਨਾਂ ਲਈ ਸੁਰੱਖਿਅਤ ਪਾਣੀ ਹੈਗਾ ਤੇ ਨਾ ਹੀ ਉਹਨਾਂ ਦੇ ਰਹਿਣ ਦੇ ਲਈ ਸਾਫ਼ ਸਫਾਈ ਦਾ ਕੋਈ ਪ੍ਰਬੰਧ ਹੈਗਾ. ਤਸਵੀਰਾਂ ਪੇਸ਼ ਕਰ ਰਹੀਆਂ ਲੱਖਾਂ ਲੋਕ ਜਿਹੜੀ ਜ਼ਿੰਦਗੀ ਜੀ ਰਹੇ ਹੈ, ਬਹੁਤ ਬੁਰੀ ਹਾਲਤ ਵਿੱਚ ਉਹ ਰਹਿ ਰਹੇ ਹੈ. ਨਾ ਪੀਣ ਲਈ ਸੇਫ ਡਰਿੰਕਿੰਗ ਵਾਟਰ ਹੈ ਤੇ ਨਾ ਹੀ ਰਹਿਣ ਲਈ ਸਫਾਈ ਦਾ ਕੋਈ ਪ੍ਰਬੰਧ ਹੈ. ਸੈਕੰਡਲੀ ਹੀ ਟਾਕਸ ਅਬਾਊਟ ਫਰੀडम ਫਰੋਮ ਫੀਅਰ ਆਫ ਵਾਰਸ. ਦੂਸਰਾ, ਉਹ ਯੁੱਧ ਦੇ ਡਰ ਤੋਂ ਆਜ਼ਾਦੀ ਦੀ ਗੱਲ ਕਰਦੇ ਹੈ. Previously, wars were between states, but now there are internal wars which have claimed more than 5 million lives, and many times that number are homeless. ਪਹਿਲਾਂ ਇਹ ਯੁੱਧ ਸਟੇਟਸ ਦੇ ਵਿੱਚ ਹੋਇਆ ਕਰਦੇ ਸੀ, ਪਰ ਹੁਣ ਅੰਦਰੂਨੀ ਯੁੱਧ ਹੈ ਜਿਨ੍ਹਾਂ ਨੇ ਕਿ 5 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ ਤੇ ਉਹਨਾਂ ਨੂੰ ਬੇਘਰ ਕਰ ਦਿੱਤਾ ਹੈ, ਹੋਮਲੈਸ ਕਰ ਦਿੱਤਾ ਹੈ. ਮੋਸਟ ਕਨਫਲਿਕਟਸ ਹੈਪਨ ਇਨ ਪੂਅਰ ਕੰਟਰੀਜ਼ ਬਿਕੋਜ਼ ਦੇ ਆਰ ਬੈਡਲੀ ਗਵਰਨਡ. ਜ਼ਿਆਦਾ ਕਰਕੇ ਝਗੜੇ ਉਹਨਾਂ ਦੇਸ਼ਾਂ ਦੇ ਵਿੱਚ ਹੁੰਦੇ ਹੈ ਜਿਹੜੇ ਗਰੀਬ ਹੈ, ਕਿਉਂਕਿ ਉੱਥੇ ਪ੍ਰਬੰਧ ਮਾੜਾ ਹੈ. ਮੋਰ ਓਵਰ ਵੀ ਸਟਿਲ ਲਿਵ ਅੰਡਰ ਦ ਸ਼ੈਡੋ ਆਫ ਵੈਪਨਸ ਆਫ ਮਾਸ ਡਿਸਟਰਕਸ਼ਨ. ਇਸ ਤੋਂ ਜ਼ਿਆਦਾ ਅਸੀਂ ਹਜੇ ਵੀ ਮਾਸ ਡਿਸਟਰਕਸ਼ਨ ਮੀਨਿੰਗ ਸਮੂਹਕ ਤਬਾਹੀ ਵਾਲੇ ਹਥਿਆਰਾਂ ਦੇ ਸਾਏ ਦੇ ਹੇਠਾਂ ਜੀ ਰਹੇ ਹਾਂ. The third fundamental freedom is the freedom of future generations to sustain their lives on this planet. ਤੀਸਰੀ ਮੁੱਢਲੀ ਆਜ਼ਾਦੀ ਹੈ ਜਿਹੜੀ, ਉਹ ਹੈ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਹੈ ਉਹ ਇਸ ਧਰਤੀ ਦੇ ਉੱਤੇ, ਇਸ ਪਲੈਨਟ ਦੇ ਉੱਤੇ ਆਪਣਾ ਜੀਵਨ ਕਾਇਮ ਰੱਖ ਸਕਣ. ਉਹਨਾਂ ਨੂੰ ਇਸ ਗੱਲ ਦੀ ਆਜ਼ਾਦੀ ਹੋਣੀ ਚਾਹੀਦੀ ਹੈ. He says we are plundering our children's heritage to pay for our present unsustainable practices. ਪਲੰਡਰਿੰਗ ਹੁੰਦਾ ਲੁੱਟਣਾ, ਹੈਰੀਟੇਜ ਹੋ ਗਿਆ ਵਿਰਸਾ. ਉਹ ਇਹ ਕਹਿੰਦੇ ਹੈ ਕਿ ਅਸੀਂ ਤਾਂ ਆਪਣੇ ਬੱਚਿਆਂ ਦਾ ਜਿਹੜਾ ਵਿਰਸਾ ਹੈ ਉਹ ਅਸੀਂ ਤਾਂ ਆਪਣੀਆਂ ਜਿਹੜੀਆਂ ਪ੍ਰੈਜ਼ੈਂਟ ਦੀਆਂ ਮੌਜੂਦਾ ਨਾ ਪੂਰੀਆਂ ਹੋਣ ਵਾਲੀਆਂ ਕਾਰਵਾਈਆਂ ਹੈ ਉਹਨਾਂ ਨੂੰ ਪੂਰਾ ਕਰਨ ਦੇ ਲਈ, ਉਹਨਾਂ ਨੂੰ ਪੇ ਕਰਨ ਦੇ ਲਈ ਉਸ ਵਿਰਸੇ ਨੂੰ ਲੁੱਟੀ ਜਾ ਰਹੇ ਹਾਂ. ਅਰਥਾਤ ਅਸੀਂ ਇਸ ਧਰਤੀ ਨੂੰ ਪੋਲਿਊਟ ਕਰੀ ਜਾ ਰਹੇ ਹਾਂ, ਜੰਗਲ ਕੱਟੇ ਜਾ ਰਹੇ ਹੈ, ਨਦੀਆਂ ਦੂਸ਼ਿਤ ਕੀਤੀਆਂ ਜਾ ਰਹੀਆਂ. ਤਾਂ ਇਸ ਤਰ੍ਹਾਂ ਇਹ ਜਿਹੜੀ ਧਰਤੀ ਹੈ ਅਸੀਂ ਉਹਨਾਂ ਨੂੰ ਰਹਿਣ ਦੇ ਕਾਬਲ ਹੀ ਨਹੀਂ ਛੱਡ ਰਹੇ. We must preserve our forests, fisheries and the diversity of living species. ਸਾਨੂੰ ਤਾਂ ਬਹੁਤ ਜ਼ਰੂਰੀ ਹੈ ਕਿ ਇਹ ਜੋ ਜੰਗਲ ਹੈ, ਮੱਛੀਆਂ ਨੇ ਤੇ ਜਿੰਨੀਆਂ ਵੀ ਲਿਵਿੰਗ ਸਪੀਸੀਜ਼ ਦੀ ਡਾਇਵਰਸਿਟੀ ਹੈ, ਇਹਨਾਂ ਦੀ ਭਿੰਨਤਾ ਹੈ, ਉਹਨਾਂ ਨੂੰ ਅਸੀਂ ਸੰਭਾਲੀਏ. These all are close to collapsing under the pressure of human consumption and destruction. ਇਹ ਸਾਰੀਆਂ ਚੀਜ਼ਾਂ ਤਾਂ ਖਤਮ ਹੋਣ ਦੇ ਕਿਨਾਰੇ ਹੋਈਆਂ ਪਈਆਂ. ਕਾਹਦੇ ਨਾਲ? ਜੋ ਇਨਸਾਨ ਇਹਨਾਂ ਦੀ ਕੰਜ਼ੰਪਸ਼ਨ ਕਰ ਰਿਹਾ ਹੈ, ਇਹਨਾਂ ਨੂੰ ਯੂਜ਼ ਕਰਕੇ ਖਤਮ ਕਰ ਰਿਹਾ ਹੈ, ਜਾਂ ਤਬਾਹੀ ਕਰਨ ਦੀ ਜੋ ਇਨਸਾਨ ਦੀ ਪ੍ਰਵਿਰਤੀ ਹੈ ਉਸ ਦੀ ਵਜ੍ਹਾ ਦੇ ਨਾਲ ਇਹ ਸਾਰਾ ਕੁਝ ਹੈ ਜਿਹੜਾ ਉਹ ਖਤਮ ਹੋਣ ਦੇ ਕਿਨਾਰੇ ਹੋ ਰਿਹਾ ਹੈ. ਸ਼ਾਰਟ ਵੀ ਨੀਡ ਏ ਨਿਊ ਐਥਿਕ ਆਫ ਸਟਿਊਵਾਰਡਸ਼ਿਪ. ਐਥਿਕ ਹੁੰਦਾ ਨੈਤਿਕਤਾ, ਸਟਿਊਵਾਰਡਸ਼ਿਪ ਹੁੰਦਾ ਜਾਇਦਾਦ ਦਾ ਪ੍ਰਬੰਧ. ਸੰਖੇਪ ਦੇ ਵਿੱਚ ਸਾਨੂੰ ਜਾਇਦਾਦ ਪ੍ਰਬੰਧ ਦੀ ਨੈਤਿਕਤਾ ਦੀ ਲੋੜ ਹੈ. We need regulations and incentives to. ਸਾਨੂੰ ਇਨਸੈਂਟਿਵਸ ਹੁੰਦਾ ਪ੍ਰੇਰਨਾ ਦੇਣ ਵਾਲੀ ਚੀਜ਼, ਸਾਨੂੰ ਕਾਨੂੰਨ ਵੀ ਚਾਹੀਦੇ ਹੈ ਤੇ ਪ੍ਰੇਰਨਾ ਦੇਣ ਵਾਲੀ ਚੀਜ਼ ਦੀ ਵੀ ਲੋੜ ਹੈ. ਕਾਹਦੇ ਲਈ? ਟੂ ਡਿਸਕਰੇਜ ਪੋਲਿਊਸ਼ਨ ਤੇ ਓਵਰ ਕੰਜ਼ੰਪਸ਼ਨ ਆਫ ਨਾਨ ਰੀਨਿਊਏਬਲ ਰਿਸੋਰਸਿਸ ਐਂਡ ਟੂ ਇਨਕਰੇਜ ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸਿਸ.
ਸਾਨੂੰ ਇਹ ਜਿਹੜੇ ਕਾਨੂੰਨ ਤੇ ਪ੍ਰੇਰਨਾ ਦੇਣ ਵਾਲੀ ਚੀਜ਼ ਚਾਹੀਦੀ ਹੈ। ਇੱਕ ਤਾਂ ਅਸੀਂ ਪੋਲਿਊਸ਼ਨ ਨੂੰ ਡਿਸਕਰਜ ਕਰ ਸਕੀਏ, ਦੂਸਰਾ ਜਿਹੜੇ ਨਾਨ ਰੀਨਿਊਏਬਲ ਸਰੋਤ ਹੈਗੇ ਆ ਸਾਡੇ, ਉਹਨਾਂ ਨੂੰ ਅਸੀਂ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਕੰਜ਼ਿਊਮ ਕਰਦੇ ਹਾਂ ਉਹਨੂੰ ਰੋਕ ਸਕੀਏ, ਤੇ ਤੀਸਰਾ ਹੈ ਜਿਹੜਾ ਇਨਵਾਇਰਮੈਂਟ ਫਰੈਂਡਲੀ ਸਾਡੀਆਂ ਕਿਰਿਆਵਾਂ ਹੈ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰੀਏ। An old African wisdom says that the earth is not ours, it's a treasure we hold in trust for our descendants. ਇੱਕ ਅਫਰੀਕੀ ਸਿਆਣਪਤ ਕਹਿੰਦੀ ਹੈ ਕਿ ਇਹ ਧਰਤੀ ਹੈ ਜਿਹੜੀ ਉਹ ਸਾਡੀ ਨਹੀਂ ਹੈਗੀ, ਇਹ ਤਾਂ ਇੱਕ ਖਜ਼ਾਨਾ ਹੈ। ਟ੍ਰੀਅਰ ਹੁੰਦਾ ਖਜ਼ਾਨਾ, ਡਿਸੈਂਡੈਂਟਸ ਹੁੰਦੇ ਆ ਉੱਤਰਾਧਿਕਾਰੀ। ਇਹ ਤਾਂ ਇੱਕ ਖਜ਼ਾਨਾ ਹੈ ਜਿਹੜਾ ਕਿ ਅਸੀਂ ਟਰਸਟ ਦੇ ਨਾਲ ਆਪਣੇ ਉੱਤਰਾਧਿਕਾਰੀਆਂ ਦੇ ਲਈ ਰੱਖਿਆ ਹੋਇਆ ਹੈ। These problems and the tasks affect the everyday lives of our people. ਇਹ ਉਹ ਸਮੱਸਿਆਵਾਂ ਹੈ ਜਿਹੜੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਅਸਰ ਪਾਉਂਦੀਆਂ। Therefore, we have no right to destroy our children's heritage. ਇਸ ਲਈ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਬੱਚਿਆਂ ਦੇ ਵਿਰਸੇ ਨੂੰ ਡਿਸਟਰੋਏ ਕਰ ਦਈਏ, ਨਸ਼ਟ ਕਰ ਦਈਏ। We must preserve it with care. ਅਸੀਂ ਤਾਂ ਕੇਅਰ ਦੇ ਨਾਲ ਇਸ ਨੂੰ ਸੰਭਾਲਣਾ ਹੈ। But we are doing opposite of it. ਪਰ ਅਸੀਂ ਤਾਂ ਇਸ ਤੋਂ ਉਲਟਾ ਕਰੀ ਜਾ ਰਹੇ ਹਾਂ, ਇਸ ਸਾਰੇ ਨੂੰ ਨਸ਼ਟ ਕਰੀ ਜਾ ਰਹੇ ਹਾਂ। In the end, Kofi Annan says that United Nations has a significant role to play to solve those problems. ਅਖੀਰ ਦੇ ਵਿੱਚ ਕਾਫੀ ਐਨਨ ਕਹਿੰਦੇ ਹੈ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਯੂਨਾਈਟਿਡ ਨੇਸ਼ਨਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਹੈ। ਯੂਨਾਈਟਿਡ ਨੇਸ਼ਨਸ ਵਾਜ਼ ਫਾਊਂਡਡ ਇਨ ਦ ਨੇਮ ਆਫ ਵੀ ਦ ਪੀਪਲਸ। ਯੂਨਾਈਟਿਡ ਨੇਸ਼ਨ ਨਾਮ ਦੀ ਜਿਹੜੀ ਇਹ ਸੰਸਥਾ ਬਣੀ ਸੀ, ਇਹਦਾ ਨੀਂਹ ਪੱਥਰ ਵੀ ਦ ਪੀਪਲਸ ਨਾਮ ਤੇ ਰੱਖਿਆ ਗਿਆ ਸੀ। ਸੋ ਵੀ ਮਸਟ ਲਿਸਨ ਟੂ ਦੈਮ। ਇਸ ਲਈ ਸਾਨੂੰ ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ। ਦੇ ਆਰ ਟੈਲਿੰਗ ਅਸ ਦੈਟ ਅਵਰ ਪਾਸਟ ਅਚੀਵਮੈਂਟਸ ਆਰ ਨਾਟ ਇਨਫ। ਉਹ ਸਾਨੂੰ ਦੱਸ ਰਹੇ ਹੈ ਕਿ ਸਾਡੀਆਂ ਪਾਸਟ ਵਿੱਚ ਜਿੰਨੀਆਂ ਵੀ ਪ੍ਰਾਪਤੀਆਂ ਹੋਈਆਂ ਉਹ ਕਾਫੀ ਨਹੀਂ ਹੈਗੀਆਂ। ਵੀ ਮਸਟ ਡੂ ਮੋਰ ਐਂਡ ਡੂ ਇਟ ਬੈਟਰ। ਸਾਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਤੇ ਉਸ ਨੂੰ ਬਿਹਤਰ ਤਰੀਕੇ ਦੇ ਨਾਲ ਕਰਨ ਦੀ ਜ਼ਰੂਰਤ ਹੈ। ਤਾਂ ਬਹੁਤ ਹੀ ਪਿਆਰੇ ਵਿਦਿਆਰਥੀਓ, ਇਸ ਚੈਪਟਰ ਨੂੰ ਪੜ੍ਹ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਨਸਾਨ ਧਰਤੀ ਦੇ ਸਾਧਨਾਂ ਦਾ ਵਿਨਾਸ਼ ਕਰ ਰਿਹਾ ਹੈ। ਇੱਕ ਸਮਾਂ ਸੀ ਜਦੋਂ ਸਾਡਾ ਵਾਤਾਵਰਣ ਬਹੁਤ ਸ਼ੁੱਧ ਸੀ, ਪਰ ਅਸੀਂ ਆਪਣੇ ਵਾਤਾਵਰਣ ਨੂੰ ਖਰਾਬ ਕਰ ਦਿੱਤਾ ਹੈ। ਅਸੀਂ ਹੁਣ ਅੰਨ੍ਹੇਵਾਹ ਰੁੱਖ ਕੱਟੀ ਜਾ ਰਹੇ ਹਾਂ। ਆਪਣੀਆਂ ਨਦੀਆਂ, ਨਾਲੇ, ਸਮੁੰਦਰ ਤੇ ਪਾਣੀ ਦੇ ਜਿੰਨੇ ਵੀ ਸਰੋਤ ਹੈਗੇ ਆ ਉਹਨਾਂ ਨੂੰ ਵੀ ਅਸੀਂ ਪ੍ਰਦੂਸ਼ਿਤ ਕਰੀ ਜਾ ਰਹੇ ਹਾਂ। ਇਸ ਤੋਂ ਇਲਾਵਾ ਹਵਾ ਦੇ ਵਿੱਚ ਵੀ ਪ੍ਰਦੂਸ਼ਣ ਹੋ ਗਿਆ ਹੈ। ਅਸੀਂ ਜ਼ਰੂਰਤ ਤੋਂ ਜ਼ਿਆਦਾ ਕੁਦਰਤੀ ਸਾਧਨਾਂ ਦਾ ਯੂਜ਼ ਕਰ ਰਹੇ ਹਾਂ, ਪਾਣੀ ਦੀ ਬਰਬਾਦੀ ਕਰ ਰਹੇ ਹਾਂ। ਇਹ ਸਾਰੀਆਂ ਗੱਲਾਂ ਸਾਡੇ ਵਾਤਾਵਰਣ ਦੇ ਲਈ ਇੱਕ ਖਤਰਾ ਬਣ ਚੁੱਕੀਆਂ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਰੋਕਣਾ ਹੈ ਤੇ ਆਮ ਜਨਤਾ ਨੂੰ ਵੀ ਇਸ ਵਾਤਾਵਰਣ ਨੂੰ ਗੰਦਾ ਹੋਣ ਤੋਂ ਰੋਕਣ ਵਾਸਤੇ ਆਪਾਂ ਪ੍ਰੇਰਿਤ ਕਰਨਾ ਹੈ। ਥੈਂਕ ਯੂ। ਹੈਵ ਅ ਨਾਈਸ ਡੇ।